ਮੱਕੀ ਦੀ ਖੇਤੀ ਤੇ ਇਸ ਦੀ ਸਾਡੀ ਖੁਰਾਕ ਦੇ ਤੌਰ ਤੇ ਵਰਤੋਂ ਸਾਡੇ ਵਿਰਸੇ ਨਾਲ ਜੁੜੀ ਹੋਈ ਏ। ਫਸਲਾਂ ਦੀ ਰਾਣੀ ਵਜੋਂ ਮਕਬੂਲ ਇਹ ਫਸਲ ਸਾਡੇ ਖੇਤੀ ਅਰਥਚਾਰੇ ਹੀ ਨਹੀਂ ਸਗੋਂ ਸਾਡੇ ਕੁਦਰਤੀ ਵਸੀਲਿਆਂ ਲਈ ਵੀ ਫਾਇਦੇਮੰਦ ਸਾਬਤ ਹੋ ਸਕਦੀ ਏ। ਮਾਹਿਰਾਂ ਅਨੁਸਾਰ ਪ੍ਰਤੀ ਕਿਲੋ ਚੌਲਾਂ ਦੀ ਕਾਸ਼ ਕਰਨ ਲਈ ਜਿੱਥੇ 3700 ਲੀਟਰ ਪਾਣੀ ਲੱਗਦਾ ਏ, ਉੱਥੇ ਪ੍ਰਤੀ ਕਿਲੋ ਮੱਕੀ ਤਕਰੀਬਨ 1200 ਲੀਟਰ ਪਾਣੀ ਨਾਲ ਪੈਦਾ ਕੀਤੀ ਜਾ ਸਕਦੀ ਏ। ਪੰਜਾਬ ਵਿੱਚ ਮੱਕੀ ਦੀ ਕਾਸ਼ਤ ਬਹਾਰ ਰੁੱਤ, ਸਰਦ ਰੁੱਤ ਤੇ ਸੌਣੀ ਦੀ ਰੁੱਤ ਵਿੱਚ ਕਰਨ ਦੀ ਸਿਫਾਰਿਸ਼ ਏ। ਸੌਣੀ ਰੁੱਤ ਵਿੱਚ ਮੱਕੀ ਦੀ ਕਾਸ਼ਤ ਧਰਤੀ ਹੇਠਲੇ ਪਾਣੀ ਦੀ ਬਚਤ ਵਿੱਚ ਭਰਪੂਰ ਯੋਗਦਾਨ ਪਾ ਸਕਦੀ ਏ। ਮੱਕੀ ਦੀ ਵਰਤੋਂ ਮੱਕੀ ਦੀ ਰੋਟੀ ਜਾਂ ਛੱਲੀ ਭੁੰਨ ਕੇ ਖਾਣ ਤੋਂ ਇਲਾਵਾ ਪਸ਼ੂਆਂ ਤੇ ਪੋਲਟਰੀ ਵਾਸਤੇ ਖੁਰਾਕ ਦੇ ਤੌਰ ਤੇ ਵੀ ਕੀਤੀ ਜਾਂਦੀ ਹੈ। ਇਸ ਦੇ ਨਾਲ ਮੱਕੀ ਬਹੁਤ ਸਾਰੀਆਂ ਇੰਡਸਟਰੀਜ਼ ਜਿਵੇਂ ਕਿ ਸਟਾਰਚ, ਡੈਕਸਟਰਾਸ, ਐਂਟੀਬਾਇਓਟਿਕ ਦਵਾਈਆਂ ਆਦਿ ਬਹੁਤ ਇੰਡਸਟਰੀ ਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ। ਖੁਰਾਕ ਦੇ ਤੌਰ ਤੇ ਜੇਕਰ ਗੱਲ ਕਰੀਏ ਤਾਂ ਮੱਕੀ ਵਿੱਚ ਕਾਰਬੋਹਾਈਡਰੇਟ, ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਪੋਟਾਸ਼ੀਅਮ, ਲੋਹਾ, ਵਿਟਾਮਿਨ ਏ, ਈ, ਕੇ ਤੋਂ ਇਲਾਵਾ ਬਹੁਤ ਸਾਰੇ ਖੁਰਾਕੀ ਤੱਤ ਵੀ ਹੁੰਦੇ ਨੇ। ਆਲਮੀ ਪੱਧਰ ਤੇ ਮੱਕੀ ਦੀ ਵਰਤੋਂ ਬਤੌਰ ਜੈਵ ਈਂਧਨ ਦੇ ਤੌਰ ਤੇ ਵੀ ਕੀਤੀ ਜਾਂਦੀ ਹੈ। ਇਸ ਫਸਲ ਦੀ ਕਾਸ਼ਤ ਨਾਲ ਜਿੱਥੇ ਖੇਤੀ ਆਧਾਰਿਤ ਸਨਅਤਾਂ ਨੂੰ ਬੜਾਵਾ ਮਿਲ ਸਕਦਾ ਏ, ਉੱਥੇ ਸਾਡਾ ਮਹੱਤਵਪੂਰਨ ਕੁਦਰਤੀ ਵਸੀਲਾ ਪਾਣੀ ਇਸ ਫਸਲ ਦੀ ਕਾਸ਼ਤ ਨਾਲ ਬਚ ਸਕਦਾ ਏ। ਪਿਆਰੇ ਕਿਸਾਨ ਵੀਰੋ, ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਨਵੇਂ ਵਿਸ਼ਿਆਂ ਤੇ ਨਵੇਂ ਮਾਹਰਾਂ ਦੇ ਨਾਲ ਗੱਲਬਾਤ ਕਰਵਾਉਂਦੇ ਰਹਿੰਦੇ ਹਾਂ। ਉਸੇ ਤਰ੍ਹਾਂ ਹੀ ਅੱਜ ਦੀ ਸਾਡੀ ਗੱਲਬਾਤ ਦਾ ਵਿਸ਼ਾ ਹੈ ਪੰਜਾਬ ਵਿੱਚ ਕਿਸਾਨਾਂ ਲਈ ਫਸਲਾਂ ਦਾ ਬਦਲ, ਮੱਕੀ ਦੀ ਫਸਲ। ਇਸ ਵਿਸ਼ੇ ਤੇ ਜਾਣਕਾਰੀ ਹਾਸਲ ਕਰਨੀ ਆ। ਜਾਣਕਾਰੀ ਦੇਣ ਲਈ ਮੇਰੇ ਨਾਲ ਬੈਠੇ ਨੇ ਡਾਕਟਰ ਸੂਜੇ ਰਕਸ਼ਿਤ ਜੀ, ਜਿਹੜੇ ਡਾਇਰੈਕਟਰ ਨੇ ਇੰਡੀਅਨ ਇੰਸਟੀਚਿਊਟ ਆਫ ਮੇਜ਼ ਰਿਸਰਚ, ਯਾਨੀ ਕਿ ਮੱਕੀ ਦੀ ਇੱਕ ਰਿਸਰਚ ਦੀ ਇੰਸਟੀਚਿਊਟ ਆ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸਥਿਤ ਹੈ। ਭਾਰਤ ਸਰਕਾਰ ਦਾ ਅਦਾਰਾ ਹੈ। ਸੋ ਡਾਕਟਰ ਅਕਸ਼ਿਤ ਜੀ ਤੋਂ ਆਪਾਂ ਪੁੱਛਣਾ ਕਿ ਇਹਨਾਂ ਦੀ ਜਿਹੜੀ ਇੰਸਟੀਚਿਊਟ ਆ ਉਹ ਪੰਜਾਬ ਦੇ ਕਿਸਾਨਾਂ ਦੇ ਲਈ ਕੀ ਕਰ ਰਹੀ ਆ। ਸੋ ਡਾਕਟਰ ਸੂਜੇ ਰਕਸ਼ਿਤ ਜੀ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ। ਸਭ ਤੋਂ ਪਹਿਲਾਂ ਮੈਂ ਤੁਹਾਡੀ ਇੰਸਟੀਚਿਊਟ ਬਾਰੇ ਜਾਣਨਾ ਚਾਹੂੰਗਾ ਕਿ ਤੁਹਾਡੀ ਇੰਸਟੀਚਿਊਟ ਆ ਜਿਹੜੀ ਉਹ ਕਿਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਦੇ ਲਈ किसानों के लिए की कर रही है, ਇਹਦੇ ਬਾਰੇ ਸਾਡੇ किसान भी जानना पाओ। कि ये भारत सरकार के एक संस्थान है जी, जो इंडियन काउंसिल ऑफ एग्रीकल्चर रिसर्च के एक संस्थान है जी। हम लोगों का यात्रा शुरू हुआ था सन 1957 में ऑल इंडिया कोऑर्डिनेटेड रिसर्च प्रोजेक्ट ऑन मेज़ के नाम से जी। उसके बाद 1994 में इसको डायरेक्टरेट ऑफ मेज़ रिसर्च के नाम से इसको अपग्रेड किया गया था जी। उसके बाद 2015 में इसको इंडियन इंस्टीट्यूट ऑफ मेज़ रिसर्च के नाम से और भी इसको अपग्रेड किया। और 2015 में ये सिद्धांत लिया गया था कि ये दिल्ली में जब उस समय स्थित थी, दिल्ली से इसको लुधियाना में स्थानांतरित करना है ताकि लुधियाना में जो फसल आधारित विविधीकरण की ज़रूरत है उसमें हम लोग कंट्रीब्यूट करें। तो अगर ये देखेंगे तो हमारे पूरा इस संस्थान के अंडर में 2 रीजनल स्टेशन हैं, एक बिहार में है बेगूसराय में और एक हैदराबाद में है। इसके अलावा जो ऑल इंडिया कोऑर्डिनेटेड रिसर्च प्रोजेक्ट है इसका करीब 32 सेंटर्स 32 सेंटर पूरा देश में फैला हुआ है। जहाँ भी मक्के का खेती होते हैं वहाँ हमारे साइंटिस्ट हैं, जिसके हमारा पूरा देश में एक जो कोऑर्डिनेटेड तरीके से हम लोग रिसर्च कर रहे हैं। PAU भी उसका एक पार्ट है और हम लोग एक साथ काम कर रहे हैं। जी डॉक्टर साहब, तुसीं बहुत ही विस्तार नाल दस्सिया कि तुहाडा जिहड़ा ये अदारा है, इंस्टीट्यूट है, किस तरह पूरे भारत दे विच फैलिया होया ते पंजाब दे विचों तुसीं शुरुआत कीती है। फसली विभिन्नता दी लोड़ सी पंजाब दे विच, क्योंकि इत्थे कणक ते झोने दी फसल सी जिहड़ी वो ज़्यादा चल रही सी। सो मैनूं लगदा इंस्टीट्यूट आउण दे नाल तुसीं मक्की दी फसल दे उत्ते काफ़ी काम आ जिहड़ा वो कर रहे हो ते आउण वाले समय दे विच फसली विभिन्नता दे विच तुसीं बहुत ही वड्डा रोल अदा करोगे। सो डॉक्टर साहब, गल ये है भी फसली विभिन्नता दी हुण जदों गल ही होई है तो फसली विभिन्नता के लिए पंजाब दे विच स्पैशली की किया जा रहा है? आप देखेंगे कि अगर धान के साथ झिड़ी के साथ कंपेयर करेंगे, 1 किलो झिड़ी जब बनते हैं उसमें करीब 3000 से 3500 कम से कम लीटर पानी का ज़रूरत होता है। जी बिल्कुल। जब जब मक्के में कम ज़्यादा से ज़्यादा 800 लीटर का पानी का ज़रूरत है 1 किलो मक्का बनाने में।
तो इसमें पानी का बहुत बचत होता है। सबसे पहला जो ये है कि हमने पानी को बचाना है, क्योंकि पंजाब में जब ट्रेडिशनली आप देखेंगे तो ये मक्का यहाँ काफ़ी हद तक मक्का का कल्टीवेशन होता था, इसका फसल उगाते थे। लेकिन जब 60 के दशक में हमारे देश में अनाज का ज़रूरत बढ़े तो धीरे धीरे पंजाब में धान के इंट्रोडक्शन किया गया है और आज के तारीख में धान एक्सटेंसिवली पंजाब में ग्रो किया जाते हैं। तो हम लोग सबसे पहला काम ये है कि ऐसा, जब हम लोग किसान से बात करते हैं, जो एक प्रॉब्लम जो किसान फेस करते हैं कि ये लोग जो मार्केटिंग नहीं कर पाते हैं, जिनका जो फसल उगाते हैं इसको मार्केटिंग नहीं होता है जी। तो उसमें हम लोगों को, किसान को जो मार्केट के साथ जुड़ना है, इस दिशा में हम लोग काम कर रहे हैं। इसके साथ साथ जो मक्के का उपज ज़्यादा हो, यील्ड ज़्यादा हो, यील्ड मैक्सिमाइजेशन हो, उसके लिए भी हम लोग काम कर रहे हैं। जब यील्ड मैक्सिमाइजेशन की बात करते हैं, हमारे पास दो है। एक है अच्छा वैरायटी जिसका उपज ज़्यादा है, उसके ऊपर हम काम कर रहे हैं और हमारे पास कुछ अच्छे उपज वाली हाइब्रिड है। जैसे हमारे संस्थान ने पिछले साल एक QPM हाइब्रिड रिलीज़ किए हैं जो IQMH 202 के नाम से जाना जाते हैं। इसका प्रोटीन क्वालिटी काफ़ी अच्छा है। तो इसको अगर किसान इसको जब पंजाब जाना जाते हैं मक्के का रोटी और सरसों के साग के नाम से, तो ये जो मक्के का रोटी जो बनते हैं इसका जो प्रोटीन क्वालिटी है बेटर है। सिमिलरली जब इसको पोल्ट्री में यूज़ होता है, क्योंकि मक्का आप जानते हैं कि बहुत लार्ज स्केल में पोल्ट्री फीड और एनिमल फीड में यूज़ होता है, तो सिंस इसका प्रोटीन क्वालिटी बेटर है, इसमें काफ़ी अच्छी तरह इसका इस्तेमाल होते हैं। इसके अलावा हमारा AICRP सिस्टम में जो पार्टनर्स है, जैसे PAU है, PAU का 3 हाइब्रिड है, PMH 7, PMH 10, PMH 11, जो पंजाब के लिए रिलीज़ किया गया है। इसका उपज काफ़ी अच्छा है। इसके साथ साथ कुछ और भी जो मार्कर रेजिस्टेंस सिलेक्शन के थ्रू बायोटेक्नोलॉजिकल टूल यूज़ करके, ये जेनेटिकली मॉडिफाइड नहीं है। कई बार कोई भी हम लोग बायोटेक्नोलॉजी का बात करते हैं तो लोग सोचते हैं जेनेटिकली मॉडिफाइड है। इसमें कोई जेनेटिकली मॉडिफिकेशन नहीं है। इसमें हमने कुछ नेचुरली ऑकरिंग जीन को इस्तेमाल किए हैं। बिल्कुल, और ये हमारे पास अवेलेबल है। बिल्कुल डॉक्टर ਸਾਹਿਬ ਬਹੁਤ ਹੀ ਵਿਸਥਾਰ ਨਾਲ ਦੱਸਿਆ ਕਿ ਯੂਨੀਵਰਸਿਟੀ, ਤੁਹਾਡਾ ਇੰਸਟੀਚਿਊਟ ਜਿਹੜਾ ਯੂਨੀਵਰਸਿਟੀ ਦੇ ਵਿੱਚ ਸਥਿਤ ਹੈ ਤੇ ਤੁਸੀਂ ਉਹਦੇ ਵਿੱਚ ਕੀ ਕਰ ਰਹੇ ਹੋ। ਦੇਖੋ, ਸਭ ਤੋਂ ਪਹਿਲਾਂ ਕਿਸਾਨ ਵੀਰੋ, ਫਸਲੀ ਵਿਭਿੰਨਤਾ ਦੇ ਵਿੱਚ ਪਾਣੀ ਦੀ ਜਿਹੜੀ ਪੰਜਾਬ ਦੇ ਵਿੱਚ ਖਪਤ ਬਹੁਤ ਜ਼ਿਆਦਾ ਹੋ ਰਹੀ ਹੈ, ਉਹਨੂੰ ਬਚਾਉਣ ਦੀ ਲੋੜ ਸੀ। ਇਸ ਲਈ ਮੱਕੀ ਦੀ ਫਸਲ ਵੱਲ ਨੂੰ ਇੰਸਟੀਚਿਊਟ ਆਈ। ਵਧੀਆ ਵੈਰਾਈਟੀ ਇਹਨਾਂ ਨੇ ਦਿੱਤੀ ਹੈ, 202 ਨੰਬਰ ਹੈ ਜਿਹੜਾ ਇਹਨਾਂ ਦੀ ਵੈਰਾਈਟੀ ਦਾ, ਸੋ ਬਹੁਤ ਅੱਛੀ ਵੈਰਾਈਟੀ ਹੈ। ਤੇ ਉਸ ਤੋਂ ਬਾਅਦ PAU ਵੀ ਇਹਨਾਂ ਦਾ ਹੀ ਇੱਕ ਸੰਸਥਾਨ ਆ, ਯੂਨੀਵਰਸਿਟੀ ਲੁਧਿਆਣਾ ਵੀ, ਉਹਦੇ ਵਿੱਚ ਵੀ ਮੱਕੀ ਦੀ ਫਸਲ ਦੇ ਉੱਤੇ ਬਹੁਤ ਜ਼ਿਆਦਾ ਕੰਮ ਡਾਕਟਰ ਸਾਹਿਬ ਨੇ ਦੱਸਿਆ ਕਿ ਹੋ ਰਿਹਾ ਹੈ। ਸੋ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਸਲੀ ਵਿਭਿੰਨਤਾ ਲਿਆਉਣ ਦੇ ਵਿੱਚ ਇਹ ਦੋਵੇਂ ਯੂਨੀਵਰਸਿਟੀਆਂ ਤੇ ਇੰਸਟੀਚਿਊਟ ਰਲ ਕੇ ਬਹੁਤ ਵੱਡਾ ਪੰਜਾਬ ਦੇ ਵਿੱਚ ਕੰਮ ਜਿਹੜਾ ਫਸਲੀ ਵਿਭਿੰਨਤਾ ਦੇ ਉੱਤੇ ਕਰਨਗੇ। ਸੋ ਡਾਕਟਰ ਸਾਹਿਬ, ਜਦੋਂ ਆਪਾਂ ਗੱਲ ਕਰੀਏ ਫਸਲੀ ਵਿਭਿੰਨਤਾ ਦੀ, ਬਹੁਤ ਸਮਾਂ ਹੋ ਗਿਆ ਕਿਸਾਨ ਵੀਰਾਂ ਨੂੰ ਆਪਾਂ ਨੂੰ ਜ਼ੋਰ ਲਾਉਂਦਿਆਂ ਕਿ ਫਸਲੀ ਵਿਭਿੰਨਤਾ ਲਿਆਓ, ਪਾਣੀ ਖਤਮ ਹੋ ਜਾਊਗਾ, ਪਰ ਫਿਰ ਵੀ ਉਹ ਮੱਕੀ ਦੀ ਫਸਲ ਵੱਲ ਨੂੰ ਛੇਤੀ ਨਹੀਂ ਮੁੜ ਰਹੇ। क्यों नहीं मुड़ रहे मक्की की फसल वाल ज़्यादातर? ये बहुत ही अहम सवाल है कि इतना हम लोग कोशिश करने के बाद भी मक्के का तरक्की क्यों इतना इस राज्य में नहीं हुई। इसका एक जो, जैसे मैं थोड़े पहले बोल रहा था कि किसान जो भी उगाते हैं ये इसका मार्केट में ये लोग सेल नहीं कर पाते हैं। हमारा MSP डिक्लेयर्ड है 18 रुपया 70 पैसे करीब अभी पर किलो है, लेकिन किसान को मिलते हैं 9 रुपया 10 रुपया 11 रुपया। इसके लिए किसान को उतना जब रिटर्न नहीं मिलता है तो उतना इंटरेस्ट नहीं शो करते हैं जी। दूसरा ये है कि किसान को जब अच्छा रिटर्न नहीं मिलता है तो ये जो अच्छे खेत है उसको मक्के के लिए नहीं देते हैं। जो साइड में थोड़ा सा उतना फर्टाइल लैंड नहीं है उसको देता है, इसके लिए उनको और भी यील्ड रियलाइजेशन नहीं होता है। तीसरी बात यह है कि आप जानते हैं कि वीड काफ़ी नुकसान करते हैं। करीब हम लोगों का जो स्टडी है 30 से 35 से 40% जो उपज है वो वीड के लिए बर्बाद होते हैं जी। तो जब फील्ड में वो लोग ज़्यादा ध्यान नहीं देते हैं, उसमें वीड बहुत ज़्यादा हो जाते हैं। जानते ही हैं वर्षा के ऋतु में ज़्यादा वीड होते हैं तो उस सिचुएशन में उतना यील्ड रियलाइजेशन नहीं होता है। तो ये सब कारण में हम लोग ये पंजाब में मक्के का उतना अभी भी प्रोग्रेस नहीं हुआ, लेकिन हम लोग अभी कोशिश कर रहे हैं। हम लोग जैसे आप थोड़े पहले आपको मैं बता रहे थे कि पंजाब में करीब 100 एकड़ लैंड में फार्मर के खेती में हम लोग डेमोन्स्ट्रेशन लिए हैं,
जिसमें हम लोग किसान भाइयों को बीज उपलब्ध कराया, और जो भी केमिकल्स है, जैसे मैं आपको बोल रहा था कि ये वीट को कंट्रोल करने के लिए कुछ हर्बिसाइड्स है जो हमारे साथी आपको बाद में बताएंगे। ऐसे ही जो अभी एक सुंडी आए हैं जो फॉल आर्मीवर्म बोलते हैं, सैनिक सुंडी बोलते हैं, इसको भी कंट्रोल करने के लिए हम लोग केमिकल किसान को प्रोवाइड कर रहे हैं। तो हमें ये उम्मीद है कि ये जो हम लोग इंटीग्रेटेड वे में आपके कृषि विभाग, एक इंटरनेशनल ऑर्गेनाइजेशन है सिमेट और पीएयू के साथ जो डेमोन्स्ट्रेशन पूरा राज्य में ले रहे हैं, इसमें किसान भाइयों को इसका अच्छा जानकारी मिलेगा और जो मक्के का उपज आने वाले दिन में और भी बढ़ेगा। ਤੁਸੀਂ ਕਿਹਾ ਮੱਕੀ ਹੈ ਜਿਹੜੀ ਬਹੁਤ ਹੀ ਵਧੀਆ ਫਸਲੀ ਭਿੰਨਤਾ ਦੇ ਵਿੱਚ ਫਿੱਟ ਹੋ ਸਕਦੀ ਹੈ। ਡਾਕਟਰ ਸਾਹਿਬ ਇੱਥੇ ਮੈਂ ਤੁਹਾਡੇ ਤੋਂ ਇੱਕ ਛੋਟਾ ਜਿਹਾ ਜ਼ਰੂਰ ਇੱਕ ਸਵਾਲ ਹੋਰ ਪੁੱਛਣਾ ਚਾਹੂੰਗਾ, ਕਿਉਂਕਿ ਪੰਜਾਬ ਦੇ ਵਿੱਚ ਪਕਾਮੀ ਮੱਕੀ ਘੱਟ ਰੱਖਦੇ ਆ ਕਿਸਾਨ ਵੀਰ, ਪਕਾਮੀ ਜੋ ਨਾ ਉਹ ਘੱਟ ਰੱਖਦੇ ਆ। ਤੇ ਮੈਂ ਕੀ ਇਹ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਜਿਹੜੀ ਮੱਕੀ ਹੈ ਚਾਰੇ ਵਾਲੀ, ਇਹਨੂੰ ਵੀ ਫਸਲੀ ਭਿੰਨਤਾ ਦੇ ਵਿੱਚ ਫਿੱਟ ਕੀਤਾ जा सकता? चारे वाली जो मक्के है जिसको अचार बोलते हैं किसान, ये जनरली जब मक्का दूध स्टेज से थोड़ा सा सीड को जो उसका दाना है थोड़ा हार्डनिंग शुरू हो जाता है, जो करीब 80 दिन के आसपास आ जाते हैं, अगेन 75 to 80 डेज, उसी समय पूरा जो प्लांट है इसको काट लेते हैं। काट के उसको छोटे छोटे टुकड़ा बना के उसको करीब 45 दिन उसको थोड़ा एनारोबिक कंडीशन में रखते हैं, बंद करके रखते हैं। उसमें थोड़ा सा लैक्टिक एसिड फॉर्म होने के बाद वो अचार बन जाते हैं। और वो अचार जब पशु को खिलाते हैं तो उसका जो मिल्क प्रोडक्शन काफ़ी बढ़ जाता है, क्योंकि इसका न्यूट्रिटिव वैल्यू काफ़ी होता है। तो इस एज अ रिजल्ट क्या होता है कि हमारा जो अगर धान लगाते हैं तो करीब 120 दिन हमारा क्रॉप है, ये करीब 75-80 डेज में हमारा खेत खाली हो गया। तो दूसरे क्रॉप के लिए जैसे मैं बोला था थोड़े पहले कि किसान के पास बहुत सारे टाइम मिल जाएगा कि वीट के हो क्या, इसके बाद वो मटर लगाए क्या, उसके बाद आलू लगाए, उसके लिए काफ़ी टाइम मिल जाता है, काफ़ी टाइम मिल जाता है और फील्ड को भी थोड़ा रेस्ट मिलता है ताकि कंटिन्यूअसली उसके ऊपर लोड नहीं रहता है। सो डॉक्टर सूजे रक्षित जी, बहुत ਵਧੀਆ ਜਾਣਕਾਰੀ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦਿੱਤੀ ਹੈ ਕਿ ਮੱਕੀ ਦੀ ਫਸਲ ਨੂੰ ਪ੍ਰਮੋਟ ਕਰਨ ਲਈ ਤੁਹਾਡੀ ਇੰਸਟੀਚਿਊਟ ਕੀ ਕਰ ਰਹੀ ਹੈ। ਫਸਲੀ ਵਿਭਿੰਨਤਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਤੁਹਾਡੀ ਇੰਸਟੀਚਿਊਟ ਪਾਉਗੀ ਆਉਣ ਵਾਲੇ ਸਮੇਂ ਦੇ ਵਿੱਚ, ਭਾਵੇਂ ਪਕਾਮੀ ਮੱਕੀ ਹੋਵੇ ਤੇ ਭਾਵੇਂ ਉਹ ਚਾਰੇ ਵਾਲੀ ਮੱਕੀ ਹੋਵੇ। ਸੋ ਤੁਹਾਡਾ ਇੰਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ। ਸੋ ਦੋਸਤੋ, ਇਹ ਤਾਂ ਸਨ ਡਾਕਟਰ ਸੂਜੇ ਰਕਸ਼ਿਤ ਜੀ, ਜਿਨ੍ਹਾਂ ਨੇ ਇੰਡੀਅਨ ਇੰਸਟੀਚਿਊਟ ਆਫ ਮੇਜ ਰਿਸਰਚ ਆ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸਥਿਤ ਹੈ, ਭਾਰਤ ਸਰਕਾਰ ਦਾ ਅਦਾਰਾ, ਉਹਦੇ ਸੰਬੰਧੀ ਜਾਣਕਾਰੀ ਦਿੱਤੀ ਹੈ ਕਿ ਉਹ ਕੀ ਕਰ ਰਹੇ ਨੇ। ਉਸੇ ਯੂਨੀਵਰਸਿਟੀ ਦੇ ਉਸੇ ਇੰਸਟੀਚਿਊਟ ਦੇ ਮਾਹਰ ਇੱਕ ਹੋਰ ਸਾਡੇ ਵਿਚਕਾਰ ਨੇ ਡਾਕਟਰ ਧਰਮਪਾਲ ਚੌਧਰੀ ਜੀ, ਜਿਹੜੇ ਪ੍ਰਿੰਸੀਪਲ ਸਾਇੰਟਿਸਟ ਨੇ, ਮੱਕੀ ਦੀ ਫਸਲ ਦੇ ਉੱਤੇ ਕੰਮ ਕਰ ਰਹੇ ਨੇ। ਇਹਨਾਂ ਤੋਂ ਆਪਾਂ ਜਾਣਕਾਰੀ ਹਾਸਲ ਕਰਾਂਗੇ ਹੁਣ ਕਿ ਜਿਹੜੇ ਕੀੜੇ ਮਕੌੜੇ ਮੱਕੀ ਨੂੰ ਲੱਗਦੇ ਆ ਜਾਂ ਜਿਹੜੇ ਨਦੀਨ ਨਾਸ਼ਕ ਆਪਾਂ ਸਪਰੇਅ ਕਰਦੇ ਆ ਤੇ ਇਹ ਕਿਸ ਤਰ੍ਹਾਂ ਕਰਨੀਆਂ ਨੇ, ਕਿਹੜੇ ਕਿਹੜੇ ਨਦੀਨ ਨੇ ਆਉਂਦੇ ਨੇ। ਸੋ ਥੋੜ੍ਹਾ ਜਿਹਾ ਇਹਦੇ ਸੰਬੰਧੀ ਆਪਾਂ ਵਿਸਥਾਰ ਨਾਲ ਇਹਨਾਂ ਤੋਂ ਜਾਣਕਾਰੀ ਹਾਸਲ ਕਰਾਂਗੇ। ਸੋ ਡਾਕਟਰ ਧਰਮਪਾਲ ਚੌਧਰੀ ਜੀ, ਤੁਹਾਡਾ ਵੀ ਸਵਾਗਤ ਹੈ ਪ੍ਰੋਗਰਾਮ 'ਚ। ਬਹੁਤ ਬਹੁਤ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਫਸਲੀ ਵਿਭਿੰਨਤਾ ਦੇ ਵਿੱਚ ਡਾਕਟਰ ਸਾਹਿਬ ਨੇ ਦੱਸਿਆ ਸੀ ਕਿ ਮੱਕੀ ਦੀ ਫਸਲ ਆ ਜਿਹੜੀ ਚਾਰੇ ਵਾਲੀ ਤੇ ਪਕਾਵੀ, ਇਹ ਦੋਵੇਂ ਢੁਕਵੀਆਂ ਫਿੱਟ ਬੈਠਦੀਆਂ ਨੇ। ਆਪਾਂ ਗੱਲ ਕਰੀਏ ਕਿ ਪਿਛਲੇ ਸਮੇਂ ਦੌਰਾਨ ਜਦੋਂ ਕਿਸਾਨ ਵੀਰਾਂ ਨੇ ਫਸਲੀ ਵਿਭਿੰਨਤਾ ਲਿਆਉਣੀ ਚਾਹੀ ਤਾਂ ਉਹਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਜਿਹਦੇ ਵਿੱਚ ਸਭ ਤੋਂ ਪਹਿਲਾਂ ਸੀ ਇੱਕ ਫਾਲ ਆਰਮੀ ਵਰਮ, ਯਾਨੀ ਕਿ ਸੈਨਿਕ ਸੁੰਡੀ। ਇਹ ਸੈਨਿਕ ਸੁੰਡੀ ਕੀ ਹੈ, ਕਿੱਥੋਂ ਆ ਗਈ ਇਹ ਸਾਡੇ ਪੰਜਾਬ ਦੇ ਵਿੱਚ, ਥੋੜ੍ਹਾ ਜਿਹਾ ਸਾਡੇ ਕਿਸਾਨ ਵੀਰਾਂ ਨੂੰ ਦੱਸੋ। ਕਿ ਜਿਹੜਾ ਕੀੜਾ ਹੈਗਾ ਜੀ, ਇਹ ਹਿੰਦੁਸਤਾਨ ਦਾ ਨਹੀਂ ਸੀਗਾ, ਇਹ ਬਾਹਰੋਂ ਆਇਆ ਕੋਈ 2 ਸਾਲ ਪਹਿਲਾਂ, ਸਭ ਤੋਂ ਪਹਿਲਾਂ ਹੈਦਰਾਬਾਦ 'ਚ ਪਾਇਆ ਗਿਆ ਜੀ। ਹੁਣ ਇਹ ਕੀੜਾ ਆਇਆ ਕਿੱਦਾਂ, ਇਹਦੇ ਬਾਰੇ ਕੋਈ ਕਲੀਅਰ ਨਹੀਂ, ਕਿਉਂਕਿ ਕਈ ਤਰੀਕੇ ਹੁੰਦੇ ਨੇ। ਕਈ ਵਾਰੀ ਹੋ ਸਕਦਾ ਕਿਸੇ ਮਤਲਬ ਕਿ ਜਾਣਬੁੱਝ ਕੇ ਭੇਜਿਆ ਗਿਆ ਹੋਵੇ, ਜਾਂ ਕਿਸੇ ਸੀਡ ਦੇ ਨਾਲ ਆ ਗਿਆ ਹੋਵੇ, ਜਾਂ ਕਿਸੇ ਕੰਪਨੀ ਨੇ ਇੰਟਰੋਡਿਊਸ ਕੀਤਾ ਹੋਵੇ। ਜਦੋਂ ਹੀ ਇਹ ਕੀੜਾ ਸਭ ਤੋਂ ਪਹਿਲਾਂ ਇਹ ਸਾਨੂੰ ਆਂਧਰਾ ਪ੍ਰਦੇਸ਼ ਵਿੱਚ, ਤੇਲੰਗਾਨਾ 'ਚ ਮਿਲਿਆ ਤੇ ਇੱਕਦਮ ਸੇ ਹਾਈ ਲੈਵਲ ਦੀਆਂ ਮੀਟਿੰਗਸ ਹੋਈਆਂ। ਸਾਡੇ ਡਾਇਰੈਕਟਰ ਸਾਹਿਬ ਨੇ ਇੱਕ ਟੀਮ ਉਹਦੀ ਬਣਾਈ, ਜਿਹੜੇ ਕਿ ਸਾਡੇ ਕੀੜੇ ਵਿਗਿਆਨੀਆਂ ਦੇ ਮਾਹਰ ਨੇ ਉੱਥੇ, ਡਾਕਟਰ JC ਸ਼ੇਖਰ ਨੇ ਹੈਦਰਾਬਾਦ 'ਚ। ਉਹਨਾਂ ਨੇ ਤੇ ਖੂਬ ਮਤਲਬ ਕਿ ਭੱਜ ਦੌੜ ਕੀਤੀ, ਖੂਬ ਇਹ 'ਤੇ ਰਿਸਰਚ ਕੀਤੀ ਤੇ ਇਹ ਪਤਾ ਕੀਤਾ ਵੀ ਇਹਦਾ ਲਾਈਫ ਸਾਈਕਲ ਕੀ ਹੈ, ਇਹ ਕਿੰਨਾ ਭੱਜ ਸਕਦਾ, ਕਿੰਨੀ ਦੂਰ ਤੱਕ ਜਾ ਸਕਦਾ, ਕਿੰਨੀ ਮਾਰ ਕਰ ਸਕਦਾ, ਤੇ ਬੜੀ ਹੀ ਜਲਦੀ ਇਹਦੀ ਕੰਟਰੋਲ ਕਿੱਦਾਂ ਕੀਤਾ ਸਕਦਾ। ਇਹਦੇ ਵਾਸਤੇ ਉਹਨਾਂ ਨੇ
ਇਹਦੀਆਂ ਸਾਰੀਆਂ ਜਿਹਨੂੰ ਆਪਾਂ ਕੀੜੇ ਮਾਰ ਦਵਾਈਆਂ ਨੇ ਉਹਨਾਂ ਬਾਰੇ ਖੋਜ ਰਿਸਰਚ ਕਰ ਲਈ ਤੇ ਅਸੀਂ ਇਹਨੂੰ ਪ੍ਰੋਪਰ ਕੰਟਰੋਲ ਕੀਤਾ। ਔਰ ਇਹ ਦੇਖਿਆ ਕਿ ਜਿੱਥੇ ਇਹ ਕੀੜਾ ਸਭ ਤੋਂ ਪਹਿਲਾਂ ਆਇਆ ਹੈ ਉੱਥੇ 2 ਸਾਲ ਲੱਗਦੇ ਜੀ ਇਹ ਫਸਲ ਨੂੰ ਖਰਾਬ ਕਰਦਾ। ਅੱਛਾ, ਹਾਂ, ਉਸੇ ਥਾਂ ਮਤਲਬ ਉਸ 2 ਸਾਲ ਤੋਂ ਬਾਅਦ ਫਿਰ ਕੰਟਰੋਲ ਹੋ ਜਾਂਦਾ। ਹੁਣ ਇਹ ਪੰਜਾਬ 'ਚ ਆਇਆ ਪਿਛਲੇ ਸਾਲ, ਕਿਉਂਕਿ 1 ਸਾਲ ਲੱਗ ਗਿਆ ਇਹਨੂੰ, ਉੱਥੋਂ ਚੱਲ ਕੇ ਬਿਹਾਰ ਤੋਂ ਹੋ ਕੇ ਪੰਜਾਬ ਆਉਂਦੇ ਆ ਜੀ। ਤੇ ਜਦੋਂ ਹੁਣ ਇਹ ਪੰਜਾਬ ਆਇਆ ਜੀ, ਇਸ ਵਾਰੇ ਤਾਂ ਨੁਕਸਾਨ ਕਾਫੀ ਜ਼ਿਆਦਾ ਹੈ। ਸਾਨੂੰ ਉਮੀਦ ਹੈ ਅਗਲੇ ਸਾਲ ਤੋਂ ਅਸੀਂ ਇਹਨੂੰ ਬਿਲਕੁਲ ਚੰਗੀ ਤਰ੍ਹਾਂ ਕੰਟਰੋਲ ਕਰ ਲਾਂਗੇ। ਤੇ ਇਹਨੂੰ ਕੰਟਰੋਲ ਕਰਨ ਦੇ ਜੀ ਜੋ ਸਭ ਤੋਂ ਡਾਕਟਰ ਸਾਹਿਬ ਮੈਂ ਇੱਥੇ ਤੁਹਾਨੂੰ ਰੋਕਣਾ ਚਾਹੂੰਗਾ। ਹਾਂਜੀ। ਤੁਸੀਂ ਦੱਸਿਆ ਕਿ ਇਹ ਸਭ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਦੇ ਵਿੱਚ ਪਾਇਆ ਗਿਆ, ਹਾਂਜੀ, ਸੋ ਉਸ ਤੋਂ ਬਾਅਦ ਇਹ ਸਾਰੀਆਂ ਸਟੇਟਾਂ ਦੇ ਵਿੱਚ ਸਾਡੇ ਇੰਡੀਆ ਦੇ ਵਿੱਚ ਹੁੰਦਾ ਹੋਇਆ। ਕਵਰ ਕਰ ਗਿਆ ਉਹਨੂੰ, ਹੈ ਨਾ, ਤੇ ਫਿਰ ਪੰਜਾਬ ਦੇ ਵਿੱਚ ਆ ਗਿਆ। ਹਾਂਜੀ, ਸੋ 2 ਸਾਲ ਹੋ ਗਏ ਸਾਡੇ ਪੰਜਾਬ ਦੇ ਵਿੱਚ ਵੀ ਨੇ ਕਾਫੀ ਨੁਕਸਾਨ ਕੀਤਾ। ਠੀਕ ਹੈ ਜੀ। ਕਿਹੋ ਜਿਹਾ ਕੀੜਾ, ਥੋੜਾ ਜਿਹਾ ਇਹਦੇ ਬਾਰੇ 'ਚ ਸਾਨੂੰ ਦੱਸੋ, ਤੇ ਇਹ ਕਿਹੜੀ ਸਟੇਜ ਦੇ ਉੱਤੇ ਮੱਕੀ ਦੀ ਫਸਲ ਨੂੰ ਜ਼ਿਆਦਾ ਖਰਾਬ ਕਰਦਾ? ਦੇਖੋ ਸਰ, ਜਿਹੜਾ ਇਹ ਕੀੜਿਆਂ ਦਾ ਸੁਭਾਅ ਹੈ ਨਾ ਜੀ, ਇਹ ਜਿਵੇਂ ਤੁਸੀਂ ਜਾਣਦੇ ਹੋ ਕਿ ਕੀੜੇ ਤੋਂ ਭੁੰਡੀ ਬਣਦੀ ਹੈ, ਠੀਕ ਹੈ ਜੀ। ਭੁੰਡੀ ਤੋਂ ਗਾਂ ਫਿਰ ਇਹ ਜਿਹੜਾ ਲਾਰਵਾ ਹੈਗਾ, ਇਹ ਜਦੋਂ ਲਾਰਵਾ ਵੱਡਾ ਹੋ ਜਾਂਦਾ ਜੀ ਉਸ ਟਾਈਮ ਇਹ ਬਹੁਤ ਉਹੀ ਜੇ ਆਪਾਂ ਕਹਿ ਲਈਏ ਆਂਡਾ, ਸੁੰਡੀ, ਪਿਊਪਾ, ਤੇ ਉਸ ਤੋਂ ਬਾਅਦ ਪਤੰਗਾ, ਉੱਡਦਾ ਫਿਰਦਾ ਪਤੰਗਾ। ਇਹ 4 ਸਟੇਜਾਂ ਨੇ ਇਹਦੀਆਂ ਵੀ। ਠੀਕ ਹੈ। ਜਿਹੜਾ ਦਾ ਪਤੰਗਾ ਉੱਡਦਾ ਬਹੁਤ ਦੂਰ ਤੱਕ ਹੈ, ਰਾਤ ਨੂੰ ਭੱਜ ਕੇ ਬੜੀ ਦੂਰ ਤੱਕ ਚਲੇ ਜਾਂਦਾ, ਇਸ ਕਰਕੇ ਇਹਨੂੰ ਥੋੜਾ ਜਿਹਾ ਜ਼ਿਆਦਾ ਨੁਕਸਾਨ ਮੰਨਿਆ ਗਿਆ। ਫਿਰ ਜਦੋਂ ਇਹ ਉਹੀ ਗੋਭ ਦੇ ਵਿੱਚ ਜਾ ਕੇ ਵੜ ਜਾਂਦਾ, ਔਰ ਗੋਭ 'ਚ ਵੜ ਕੇ ਮੱਕੀ ਨੂੰ, ਮਤਲਬ ਛੋਟੀ ਮੱਕੀ ਨੂੰ ਜੀ। ਹੁਣ ਉਹਦੇ 'ਚ ਸਰ ਸਮੱਸਿਆ ਇਹ ਥੋੜੀ ਜ਼ਰੂਰ ਆਉਂਦੀ ਹੈ ਕਿ ਜਿਹੜੀ ਅਸੀਂ ਉਹਦੇ 'ਚ ਸਪਰੇਅ ਕਰਦੇ ਹਾਂ ਉਹ ਸਾਡੇ, ਕਿਉਂਕਿ ਜਿਹੜੀ ਮੁੱਖ ਫਸਲ ਹੈ ਝੋਨਾ ਹੈ, ਠੀਕ ਹੈ ਜੀ। ਜਿਹੜੀ ਮੱਕੀ ਹੈ ਉਹ ਮੁੱਖ ਫਸਲ ਨਹੀਂ ਹੈਗੀ, ਤੇ ਜਿਹੜਾ ਕਿਸਾਨ ਵੀਰ ਹੈ ਉਹ ਝੋਨੇ ਦੀ ਤਰ੍ਹਾਂ ਨਾਲ ਉਹਨੂੰ ਸਪਰੇਅ ਕਰ ਦਿੰਦਾ। ਤੇ ਅਸੀਂ ਇਹ ਹੁਣ ਜਿੱਥੇ ਵੀ ਜਾਂਦੇ ਹਾਂ ਕਿਸਾਨ ਵੀਰਾਂ ਨੂੰ ਮਤਲਬ ਕਿ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਢੰਗ ਨਾਲ ਉਹਨੂੰ ਸਪਰੇਅ ਕਰੋ ਕਿ ਉਹ ਗੋਭ ਦੇ ਵਿੱਚ ਜਾ ਕੇ ਸਪਰੇਅ ਡਿੱਗੇ। ਦੂਸਰਾ ਤਰੀਕਾ ਹੈਗਾ ਕਿ ਜਿਹੜੀ ਦਵਾਈ ਆਉਂਦੀ ਨਾ ਜੀ ਇਹ ਕੋਰਾਜਨ, ਉਹਨੂੰ ਰੇਤੇ 'ਚ ਮਿਕਸ ਕਰਕੇ ਜੇ ਗੋਭ ਦੇ ਵਿੱਚ ਪਾ ਦਿੱਤਾ ਜਾਵੇ ਤਾਂ ਬਹੁਤ ਹੀ ਜ਼ਿਆਦਾ ਇਫੈਕਟਿਵ ਹੈ, ਤੇ ਅਗਲੇ ਦਿਨ ਹੀ ਕੀੜੇ ਨੂੰ ਚੰਗੀ ਤਰ੍ਹਾਂ ਮਾਰ ਦਿੰਦੀ ਹੈ। ਕੀੜੇ ਜਿਹੜਾ ਖਾਣ ਦੀ ਕੋਸ਼ਿਸ਼ ਕਰਦਾ ਉਹਦੇ ਦੰਦ ਟੁੱਟ ਜਾਂਦੇ ਨੇ। ਸੇ ਉਹਦੇ ਵਾਸਤੇ ਕਿਉਂਕਿ ਨਵੀਂ ਚੀਜ਼ ਸੀ, ਥੋੜਾ ਜਿਹਾ ਟਾਈਮ ਲੱਗਣਾ ਸੀ ਇਹਦੇ ਵਾਸਤੇ ਸਾਨੂੰ ਆਪਣੀ ਖੋਜ ਤੇ। ਹੁਣ ਅਸੀਂ ਆਲਮੋਸਟ ਇਸ ਸਾਲ ਪੂਰੀ ਇਫੈਕਟਿਵ ਜਿਹੜੀ ਇਹਦੀ ਸਟ੍ਰੈਟਜੀ ਹੈ ਇਹਨੂੰ ਕੰਟਰੋਲ ਕਰਨ ਦੀ ਉਹ ਡਿਵੈਲਪ ਕਰ ਚੁੱਕੇ ਹਾਂ। ਤੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਇਹਨੂੰ ਤੁਸੀਂ ਰੇਤੇ 'ਚ ਮਿਕਸ ਕਰਕੇ ਜਾਂ ਇਸ ਢੰਗ ਨਾਲ ਸਪਰੇਅ ਕਰੋ ਕਿ ਗੋਹ ਦੇ ਵਿੱਚ ਉਹ ਦਵਾਈ ਚਲੇ ਜਾਏ ਤਾਂ ਕਿ ਇਹ ਕੰਟਰੋਲ ਹੋ ਜਾਏ। ਬਹੁਤ ਵਧੀਆ ਤੁਸੀਂ ਇਹ ਦੱਸਿਆ ਕਿ ਜਿਹੜਾ ਇਹ ਕੀੜਾ ਆ ਅੰਡਾ, ਸੁੰਡੀ, ਪਿਊਪਾ ਤੇ ਅਡਲਟ ਉੱਡਦਾ ਫਿਰਦਾ ਜਿਹੜਾ ਸੀ ਪਤੰਗਾ, ਉਹ ਅੰਡੇ ਦਿੰਦਾ। ਫਿਰ ਕਿੰਨੀ ਕੁ ਤਾਦਾਦ ਦੇ ਵਿੱਚ ਵੱਧਦਾ, ਇਹ ਵੀ ਥੋੜਾ ਜਿਹਾ ਸਾਨੂੰ ਦੱਸ ਦਿਓ ਵੀ ਜੇ ਕਿਸਾਨ ਵੀਰ ਇੱਕ ਸੁੰਡੀ ਨੂੰ ਕੰਟਰੋਲ ਨਹੀਂ ਕਰਦਾ ਤਾਂ ਕਿੰਨੀ ਕੁ ਤਾਦਾਦ ਦੇ ਵਿੱਚ ਅੰਡੇ ਦਿੰਦਾ? ਦੇਖੋ ਸਰ, ਇਹਦੀ ਜੋ ਵਧਣ ਦੀ ਤਾਂ ਸਪੀਡ ਬਹੁਤ ਜ਼ਿਆਦਾ ਹੈ। ਅਗਰ ਤੁਸੀਂ ਇਹਨੂੰ ਆਪਾਂ ਸ਼ੁਰੂ 'ਚ ਕੰਟਰੋਲ ਕਰ ਲੈਂਦੇ ਆ ਤਾਂ ਫਿਰ ਠੀਕ ਹੈ। ਅਗਰ ਅਸੀਂ ਕੁਝ ਦਿਨ ਖੇਤ ਵਿੱਚ ਗੇੜਾ ਨਹੀਂ ਮਾਰਦੇ ਤੇ ਇਹਦੀ ਗਿਣਤੀ ਵੱਧ ਜਾਂਦੀ ਹੈ, ਫਿਰ ਉਹਨੂੰ ਉਸੇ ਤਰ੍ਹਾਂ ਕੀੜੇ ਦਾ ਸੁਭਾਅ ਹੁੰਦਾ, ਉਹਨੂੰ ਕੰਟਰੋਲ ਕਰਨਾ ਔਖਾ ਹੋ ਜਾਂਦਾ। ਇਸ ਕਰਕੇ ਇਹਦੀ ਸਪੀਡ ਵਧਣ ਦੀ ਬਹੁਤ ਜ਼ਿਆਦਾ, ਇਸੇ ਕਰਕੇ ਇਹ 2 ਸਾਲਾਂ ਦੇ ਵਿੱਚ ਸਾਰੇ ਦੇਸ਼ ਵਿੱਚ ਫੈਲ ਗਿਆ, ਸਾਰੀਆਂ ਸਟੇਟਾਂ ਵਿੱਚ ਫੈਲ ਗਿਆ। ਇਸ ਕਰਕੇ ਥੋੜ੍ਹਾ ਜਿਹਾ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਖੇਤ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਡਾਕਟਰ ਸਾਹਿਬ, ਅਸੀਂ ਤੁਹਾਡੇ ਇੱਥੇ ਨਾ ਮੱਕੀ ਦੇ ਖੇਤ ਦੇ ਵਿੱਚ ਇੱਕ ਟਰੈਪ ਲੱਗਿਆ ਦੇਖਿਆ। ਹਾਂਜੀ, ਕਿ ਥੋੜਾ ਜਿਹਾ ਉਹਦੇ ਤੇ ਵੀ ਕੰਮ ਕਰ ਰਹੇ ਹੋ, ਜਿਸ ਤਰ੍ਹਾਂ ਅਮਰੀਕਨ ਸੁੰਡੀ ਦੀ ਅਸੀਂ ਬੀਟੀ ਕੱਢਤੀ ਸੀ ਜਾਂ ਹੋਰ ਬੜਾ ਕੁਝ ਕੱਢਦੇ, ਇਹੋ ਜਿਹੇ ਕੰਮ ਵੀ ਹੋ ਰਿਹਾ? ਜਾਂ ਜਿਵੇਂ ਇਹਨੂੰ ਫੜਨ ਲਈ ਕੋਈ ਕੜਿੱਕੀਆਂ ਵਗੈਰਾ ਦਾ ਪ੍ਰਬੰਧ, ਟਰੈਪ ਵਗੈਰਾ, ਕੋਈ ਇਹੋ ਜਿਹਾ ਵੀ ਕੰਟਰੋਲ ਮੇਜਰ ਤੁਹਾਡੇ ਵੱਲੋਂ ਅਪਣਾਇਆ ਜਾ ਰਿਹਾ? ਬਿਲਕੁਲ ਸਰ, ਅਸੀਂ ਦੇਖੋ ਇਹ ਜਿਹੜੀਆਂ ਮੈਨੇਜਮੈਂਟ ਪ੍ਰੈਕਟਿਸਿਸ ਇਹਨੂੰ ਕਹਿ ਦਿੰਦੇ ਆਪਾਂ ਕਿ ਆਪਾਂ ਉਹਨੂੰ ਮੈਨੇਜ ਕਿੱਦਾਂ ਕਰ ਸਕਦੇ ਕੀੜੇ ਨੂੰ। ਜਿਹੜੀ ਉਹ ਭੁੰਡੀ ਹੈ ਨਾ ਜੀ, ਉਹਨੂੰ ਆਪਾਂ ਟਰੈਪ ਦੇ ਵਿੱਚ ਆਪਾਂ ਉਹਨੂੰ ਇਫੈਕਟਿਵਲੀ ਫੜ ਸਕਦੇ। ਅਗਰ ਕਿਸਾਨ ਵੀਰ ਇਹਨਾਂ ਚੀਜ਼ਾਂ ਦੇ ਉੱਤੇ ਹਾਲਾਂਕਿ ਮੈਂ ਫਿਰ ਉਹੀ ਗੱਲ ਕਹੀ ਕਿ ਪੰਜਾਬ ਦੀ ਮੁੱਖ ਫਸਲ ਝੋਨਾ ਹੋਣ ਕਰਕੇ ਕਿਸਾਨ ਵੀਰ ਜਿਹੜੀ ਮੱਕੀ ਕਦੇ ਕਦਾਂ ਹੀ ਬੀਜਦਾ, ਸ਼ਾਇਦ ਕਿਤੇ ਨਾ ਕਿਤੇ ਇਹਦੀਆਂ ਕਿਹੜੀਆਂ ਬਿਮਾਰੀਆਂ ਨੇ, ਕਿਹੜੇ ਕੀੜੇ ਨੇ, ਉਹਨੂੰ ਕਿੱਦਾਂ ਫੜਨਾ, ਉਹਦੇ ਬਾਰੇ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ। ਤੇ ਇਹ ਜਿਹੜਾ ਟਰੈਪ ਹੈ ਬੜਾ ਇਫੈਕਟਿਵ ਹੈਗਾ ਜੀ। ਅਗਰ ਟਰੈਪ ਲਗਾਏ ਜਾਂਦੇ ਨੇ, ਭੁੰਡੀ ਨੂੰ ਇਹ ਫੜ ਲਏਗਾ ਤੇ ਫਿਰ ਉਹਦੀ ਅੱਗੇ बढ़ोतरी ਜਿਹੜੀ ਹੈ ਉਹ ਰੁਕ ਜਾਏਗੀ। ਸੋ ਕਹਿਣ ਦਾ ਭਾਵ ਕਿ ਕਿਸਾਨ ਵੀਰੋ ਬਹੁਤ ਹੀ ਘਾਤਕ ਸੁੰਡੀ ਹੈ ਜਿਹੜੀ ਸਾਡੇ ਪੰਜਾਬ ਦੇ ਵਿੱਚ ਆ ਚੁੱਕੀ ਹੈ। ਜੇ ਛੋਟੀ ਸਟੇਜ ਤੇ ਫਸਲ ਨੂੰ ਇਹ ਪੈ ਜਾਂਦੀ ਹੈ ਤਾਂ ਫਸਲ ਦਾ ਕੱਖ ਨਹੀਂ ਛੱਡਦੀ। ਸੋ ਲੋੜ ਹੈ ਸਾਨੂੰ ਸਮੇਂ ਤੇ ਕੰਟਰੋਲ ਕਰਨ ਦੀ। ਕੰਟਰੋਲ ਮੈਂ ਡਾਕਟਰ ਸਾਹਿਬ ਨੇ ਦੱਸ ਹੀ ਦਿੱਤਾ ਕਿ ਦਵਾਈ ਨੂੰ ਜੇ ਅਸੀਂ ਰੇਤੇ 'ਚ ਰਲਾ ਕੇ ਗੋਭ ਦੇ ਵਿੱਚ ਪਾ ਦਈਏ ਤਾਂ ਬੈਸਟ ਹੈ। ਤੇ ਜਿਹੜੀ ਸਪਰੇਅ ਟੈਕਨੀਕ ਆ ਉਹ ਵੀ ਸਾਨੂੰ ਕਿਸਾਨ ਵੀਰੋ ਬਦਲਣੀ ਪਊਗੀ। ਇਹ ਨਹੀਂ ਆ ਕਿ ਪਿੱਠੂ ਪੰਪ ਲਾਇਆ ਤੇ ਜਿਹੜਾ ਸਿੱਧਾ ਨੋਜ਼ਲ ਆ ਸਾਡਾ ਗਨ ਆ ਉਹਦੇ ਨਾਲ ਲਾ ਕੇ ਅਸੀਂ ਸਪਰੇਅ ਕਰਤੀ, ਨਹੀਂ, ਬਿਲਕੁਲ ਨਹੀਂ ਕੰਟਰੋਲ ਹੋਣਾ। ਗੋਭ ਕੱਲੀ ਦੇ ਵਿੱਚ ਪਾਣੀ ਪੈਣਾ ਚਾਹੀਦਾ ਆ ਤਾਂ ਇਹ ਕੀੜਾ ਕੰਟਰੋਲ ਹੋ ਸਕਦਾ, ਨਹੀਂ ਇਹ ਕੀੜਾ ਕੰਟਰੋਲ ਨਹੀਂ ਹੋ ਸਕਦਾ। ਜੇ ਕੀੜਾ ਕੰਟਰੋਲ ਨਹੀਂ ਹੁੰਦਾ ਤਾਂ ਪੰਜਾਬ ਦੇ ਵਿੱਚ ਮੱਕੀ ਹੋਣੀ ਅਸੰਭਵ ਹੈ।
ਠੀਕ ਹੈ ਨਾ ਡਾਕਟਰ ਸਾਹਿਬ? ਬਹੁਤ ਅੱਛਾ, ਬਹੁਤ ਸੋ ਅੱਛੇ ਤਰੀਕੇ ਨਾਲ ਬਿਲਕੁਲ ਤੁਸੀਂ ਡਾਕਟਰ ਦੱਸਿਆ ਸਾਹਿਬ, ਗੱਲ ਇਹ ਆ ਵੀ ਦੇਖੋ, ਇਹ ਤਾਂ ਸੀ ਫਾਲ ਆਰਮੀ ਵਰਮ, ਜਿਹੜੀ ਬਹੁਤ ਹੀ ਘਾਤਕ ਸੁੰਡੀ ਸਾਡੇ ਪੰਜਾਬ ਦੇ ਵਿੱਚ ਮੱਕੀ ਦੀ ਫਸਲ ਲਈ ਆ ਚੁੱਕੀ ਹੈ। ਸੋ ਇਸ ਤੋਂ ਥੋੜ੍ਹੇ ਪਹਿਲਾਂ ਵੀ ਕੀੜੇ ਹੁੰਦੇ ਸੀ ਆਪਣੇ ਮੱਕੀ ਦੀ ਫਸਲ। ਹੋਰ ਕਿਹੜੇ ਕੀੜੇ ਨੇ ਜਿਹੜੇ ਮੱਕੀ ਦੀ ਫਸਲ ਨੂੰ ਪਹਿਲਾਂ ਤੇ ਬਾਅਦ ਦੇ ਵਿੱਚ ਖਰਾਬ ਕਰਦੇ ਆ? ਹਾਂ, ਦੇਖੋ ਸਰ, ਜਿਹੜੀ ਮੱਕੀ ਦੀ ਫਸਲ ਦਾ ਇੱਕ ਕੀੜਾ ਜਿਹੜਾ ਜਿਹਨੂੰ ਆਪਾਂ ਸਟੈਮ ਬੋਰਰ ਕਹਿੰਦੇ ਆ ਜੀ, ਉਹ ਖਰੀਫ ਦੇ ਵਿੱਚ ਸ਼ੁਰੂ ਦੇ ਵਿੱਚ ਉਹ, ਲੇਕਿਨ ਇੰਨਾ ਘਾਤਕ ਨਹੀਂ ਜਿੰਨਾ ਇਹ ਫਾਲ ਆਰਮੀ ਵਰਮ ਹੈ। ਉਹਦਾ ਵੀ ਕੰਟਰੋਲ ਮੇਜਰ ਇਹੀ ਹੈਗੇ ਨੇ ਕਿ ਤੁਸੀਂ ਉਹਨੂੰ ਇੱਕ ਈਵਨ ਅਸੀਂ ਕਹਿੰਦੇ ਜੀ ਸੀਡ ਟਰੀਟਮੈਂਟ ਕਰ ਲਓ। ਤੇ ਸੀਡ ਟਰੀਟਮੈਂਟ ਜਿਹੜਾ ਤੁਸੀਂ ਹੈਗਾ ਨਾ ਜੀ, ਇਹ ਜੀ ਅਗਰ ਉਹ ਅਸੀਂ ਕਰ ਲਈਏ ਸੀਡ ਟਰੀਟਮੈਂਟ, ਬੀਜ ਦੀ ਸੋਧ ਕਰ ਲਓ। ਬੀਜ ਦੀ ਸੋਧ ਕਰਕੇ ਉਹ 21 ਦਿਨਾਂ ਤੱਕ ਸਾਨੂੰ ਜਿਹੜੀ ਮਤਲਬ ਕਿ ਇਫੈਕਟਿਵ ਰਹਿੰਦਾ। ਉਹ ਜਿਹੜਾ ਸਾਡਾ ਸਟੈਮ ਬੋਰਰ ਆ, ਜਿਹੜਾ ਕਿ ਬਿਲਕੁਲ ਛੋਟੀ ਮੱਕੀ ਦੇ ਉੱਤੇ ਘੜੂਆਂ, ਇਹਦਾ ਗੋਭ ਦਾ ਘੜੂਆਂ ਖਰੇ ਉਹਦਾ ਨਜਾ ਹੈਗਾ, ਜੇ ਛੋਟੀ ਫਸਲ ਦੇ ਉੱਪਰ ਜਿਹੜਾ ਐਕਟ ਕਰਦਾ ਉਹ ਤੋਂ ਅਸੀਂ ਬਚਾਅ ਕਰ ਲਾਂਗੇ। ਬਾਕੀ ਕੋਈ ਉਹਦੀ ਬਹੁਤ ਜ਼ਿਆਦਾ ਸਮੱਸਿਆ ਨਹੀਂ ਹੁੰਦੀ ਸੀ। ਅਸਲੀ ਸਮੱਸਿਆ ਕੀੜੇ ਦੀ ਜਿਹੜੀ ਆਈ ਹੈ ਮੱਕੀ ਦੇ ਵਿੱਚ, ਉਹ ਫਾਲ ਆਰਮੀ ਵਾਰਮ ਦੀ ਹੀ ਆਈ ਹੈ। ਇਸ ਤੋਂ ਪਹਿਲਾਂ ਕਿਸਾਨ ਵੀਰ ਜਿਹੜੀਆਂ ਹੋਰ ਕੀੜੇ ਜਿਹੜੇ ਵੀ ਆਉਂਦੇ ਸੀ, ਜਾਂ ਜਿਹੜੀ ਬਿਮਾਰੀ ਦੀ ਕੋਈ ਐਡੀ ਸਮੱਸਿਆ ਮੱਕੀ ਦੇ ਵਿੱਚ ਹੁੰਦੀ ਹੀ ਨਹੀਂ ਪੰਜਾਬ ਦੇ ਵਿੱਚ, ਜਿਹੜੇ ਕੀੜੇ ਆਉਂਦੇ ਸੀ ਉਹਨਾਂ ਨੂੰ ਉਹ ਕੰਟਰੋਲ ਅੱਛੀ ਤਰ੍ਹਾਂ ਕਰ ਲੈਂਦੇ ਸੀ। ਇਹ ਨਵਾਂ ਕੀੜਾ ਹੈਗਾ, ਇਸ ਕਰਕੇ ਇਹਨੂੰ ਕੰਟਰੋਲ ਕਰਨ ਵਾਸਤੇ ਥੋੜ੍ਹਾ ਜਿਹਾ ਕਿਸਾਨ ਵੀਰਾਂ ਨੂੰ ਜ਼ਰੂਰ ਐਫਰਟ ਕਰਨ ਦੀ ਲੋੜ ਹੈਗੀ। ਡਾਕਟਰ ਧਰਮਪਾਲ ਜੀ, ਬਹੁਤ ਅੱਛਾ ਤੁਸੀਂ ਦੱਸਿਆ ਕਿ ਇਹ ਨਵਾਂ ਕੀੜਾ ਸੀ, ਜਿਹੜੇ ਬਾਕੀ ਕੀੜੇ ਉਹ ਤੋਂ ਪਿੱਛੇ ਹੀ ਰਹਿ ਜਾਂਦੇ ਆ, ਮਤਲਬ ਉਹ ਕੰਟਰੋਲ ਹੋ ਜਾਂਦੇ ਆ, ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਆ। ਸੋ ਦੋਸਤੋ ਦੇਖੋ, ਡਾਕਟਰ ਸਾਹਿਬ ਨੇ ਵੀ ਦੱਸਿਆ ਕਿ ਇਸ ਕੀੜੇ ਨੂੰ ਸਮੇਂ 'ਤੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹਦੀ ਖਾਣ ਦੀ ਸ਼ਕਤੀ ਬਹੁਤ ਜ਼ਿਆਦਾ ਆ। ਪੱਤਿਆਂ ਨੂੰ ਖਰਾਬ ਕਰੀ ਜਾਂਦਾ, ਜਿੱਥੇ ਸਾਡੀ ਖੁਰਾਕ ਬਣਨੀ ਹੈ ਬੂਟੇ ਨੂੰ ਵਧਣ ਲਈ, ਉਹ ਪੱਤੇ ਹੀ ਖਾ ਜਾਂਦਾ, ਛੋਟੇ ਨਰਮ ਪੱਤੇ ਆ ਜਿਹੜੇ। ਸੋ ਡਾਕਟਰ ਸਾਹਿਬ, ਇਹ ਸਾਰੇ ਕੰਟਰੋਲ ਮੇਜਰ ਜਿਵੇਂ ਤੁਸੀਂ ਦੱਸਿਆ ਕਿ ਸੀਡ ਟਰੀਟਮੈਂਟ, ਜਾਂ ਉਸ ਤੋਂ ਬਾਅਦ ਫਿਰ ਜਦੋਂ ਫਸਲ ਥੋੜ੍ਹੀ ਜਿਹੀ ਵੱਡੀ ਹੁੰਦੀ ਹੈ ਗੋਭ ਵੇਲੇ ਉਦੋਂ ਸਪਰੇਅ ਕਰਨੀ, ਜਾਂ ਉਸ ਤੋਂ ਵੱਡੀ ਹੋ ਗਈ ਫਿਰ ਬਿਮਾਰੀਆਂ ਨੂੰ ਕੰਟਰੋਲ ਕਰਨਾ, ਇਹ ਸਾਰੇ ਨੂੰ ਦਰਸਾਉਣ ਲਈ ਕੋਈ ਤੁਸੀਂ ਕਿਸੇ ਸਾਡੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਕੋਈ ਟਰਾਇਲ ਵੀ ਲਾਏ ਨੇ? ਅਸੀਂ ਪਹਿਲੀ ਗੱਲ ਤਾਂ ਸਰ ਇਹ ਹੈਗੀ ਕਿ ਅਸੀਂ ਅਲੱਗ-ਅਲੱਗ ਪੰਜਾਬ ਦੇ ਹਿੱਸਿਆਂ ਦੇ ਵਿੱਚ ਅਸੀਂ ਜਾਂਦੇ ਰਹਿੰਦੇ ਹਾਂ ਲਗਾਤਾਰ। ਜੀ। ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੋਈ ਇਸ ਸਾਲ 110 ਏਕੜ ਦੇ ਉੱਪਰ ਅਲੱਗ-ਅਲੱਗ ਟਰਾਇਲ ਲਗਾਏ ਸੀ। ਜੀ। ਉਹਦੇ ਵਿੱਚ ਅਸੀਂ ਲਗਾਤਾਰ ਫਿਰ ਮੋਨੀਟਰਿੰਗ ਕੀਤੀ। ਉਹਦੇ 'ਚ ਇਹ ਜਾਣ ਕੇ ਕਿਸਾਨ ਵੀਰਾਂ ਦੇ ਨਾਲ ਦੇਖਦੇ ਰਹੇ ਵੀ ਤੁਹਾਨੂੰ ਕਿਹੜੇ ਟਾਈਮ ਤੇ ਕਿਹੜਾ ਕੀੜਾ ਆਉਣਾ, ਇਹਨੂੰ ਕਿੱਦਾਂ ਕੰਟਰੋਲ ਕਰਨਾ। ਤੇ ਇੱਕ ਅਸੀਂ WhatsApp ਗਰੁੱਪ ਬਣਾਇਆ ਹੋਇਆ ਸੀ, ਜਿੰਨੇ ਵੀ ਕਿਸਾਨ ਵੀਰ ਸਾਡੇ ਨਾਲ ਜੁੜੇ ਸੀ, ਜਿਹੜੀ ਵੀ ਉਹਨਾਂ ਨੂੰ ਸਮੱਸਿਆ ਆਉਂਦੀ ਸੀ, ਵੈਸੇ ਤਾਂ ਅਸੀਂ ਉੱਥੇ ਜਾਂਦੇ ਹੀ ਰਹਿੰਦੇ ਸੀ, ਉਸ ਤੋਂ ਸਿਵਾਏ ਵੀ ਉਹ ਸਾਨੂੰ WhatsApp ਤੇ ਉੱਤੇ ਟੈਲੀਫੋਨ ਦੇ ਰਾਹੀਂ ਆਪਣੀ ਸਮੱਸਿਆ ਦੱਸਦੇ ਸੀ। ਇੱਕਦਮ ਉਹਦਾ ਹੱਲ ਕੀਤਾ ਜਾਂਦਾ ਸੀ। ਉੱਥੇ ਕਿਹੜੀ ਸਪਰੇਅ ਕਰਨੀ ਹੈ, ਕਦੋਂ ਕਰਨੀ ਹੈ, ਕਿੱਦਾਂ ਕਰਨੀ ਹੈ। ਤੇ ਸਾਨੂੰ ਬੜੀ ਖੁਸ਼ੀ ਜੀ ਕਿ ਉਹਨਾਂ ਵਿੱਚ ਜਿਹੜੇ ਵੀ ਸਾਡੇ ਟਰਾਇਲ ਲੱਗੇ ਸੀ, ਕਿਤੇ ਕਦਾਈ ਜਿੱਥੇ ਕਿਤੇ ਹਨੇਰੀ ਤੂਫਾਨ ਦੇ ਨਾਲ 1-2 ਥਾਈਂ ਫਸਲ ਡਿੱਗੀ, ਉਹਨੂੰ ਛੱਡ ਕੇ ਬਹੁਤ ਸੋਹਣਾ ਝਾੜ ਵੀ ਮੱਕੀ ਦਾ ਹੋਇਆ ਤੇ ਕਿਸਾਨ ਵੀਰ ਖੁਸ਼ ਵੀ ਨੇ। ਤੇ ਅਸੀਂ ਇਹੀ ਚਾਹੁੰਦੇ ਸੀ ਵੀ ਜੋ ਅਸੀਂ ਕਹਿੰਦੇ ਆ ਉਹਨੂੰ ਕਿਸਾਨ ਦੇ ਖੇਤ ਤੇ ਕਰਕੇ ਦਿਖਾਈਏ। ਕਿਸਾਨ ਵੀਰੋ, ਜੇ ਤੁਸੀਂ ਮੱਕੀ ਬੀਜਣਾ ਚਾਹੁੰਦੇ ਹੋ ਤੇ ਜਾਂ ਮੰਡੀ ਦੇ ਵਿੱਚ ਵਧੀਆ ਉਹਦਾ ਮੁੱਲ ਲੈਣਾ ਚਾਹੁੰਦੇ ਹੋ, ਤਾਂ ਮੱਕੀ ਨੂੰ ਸੁਕਾ ਕੇ ਸਾਨੂੰ ਮੰਡੀ ਦੇ ਵਿੱਚ ਲਿਜਾਣਾ ਪਊਗਾ। ਭਾਵੇਂ ਉਹਨੂੰ ਜਿਵੇਂ ਮਰਜ਼ੀ ਸੁਕਾਓ, ਜਦੋਂ ਜ਼ਿਆਦਾ ਨਮੀ ਹੈ ਤਾਂ ਤੁਹਾਡੀ ਮੱਕੀ ਆ ਬਹੁਤ ਘੱਟ ਰੇਟ ਤੇ ਉੱਥੇ ਲੱਗਦੀ ਹੈ। ਜੇ ਮੱਕੀ ਦੇ ਵਿੱਚ ਨਮੀ ਘੱਟ ਆ ਤਾਂ ਤੁਹਾਡੀ ਜਾਂਦੀ ਮੱਕੀ ਤੁਲ ਜੂਗੀ। ਸੋ ਉਮੀਦ ਕਰਦਾ ਤੁਸੀਂ ਇਹਨਾਂ ਗੱਲਾਂ ਤੇ ਜ਼ਰੂਰ ਧਿਆਨ ਦਿਓਗੇ। ਡਾਕਟਰ ਧਰਮਪਾਲ ਜੀ ਨੇ ਬਹੁਤ ਅੱਛੀ ਜਾਣਕਾਰੀ ਤੁਹਾਨੂੰ ਦਿੱਤੀ ਹੈ। ਡਾਕਟਰ ਸਾਹਿਬ, ਇੰਨੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਸਰ।